यस सत श्री अकाल स्टूडेंट्स ਅੱਜ ਅਸੀਂ ਐਟੋਮਿਕ ਮਾਸ ਦੀ ਗੱਲ ਕਰਾਂਗੇ ਸੋ ਤੁਸੀਂ ਦੇਖੋ ਸਟੂਡੈਂਟਸ ਕਿ ਸਾਨੂੰ ਇਸ ਤੋਂ ਪਹਿਲਾਂ ਐਟੋਮਿਕ ਨੰਬਰ ਦਾ ਪਤਾ ਹੈ ਲਾਈਕ ਮੰਨ ਲਓ ਅਸੀਂ ਕਾਰਬਨ ਦੀ ਗੱਲ ਕਰੀਏ ਕਾਰਬਨ ਐਲੀਮੈਂਟ ਦੀ ਕਾਰਬਨ ਐਲੀਮੈਂਟ ਦੇ ਜਿੰਨੇ ਵੀ ਕਾਰਬਨ ਦੇ ਵਿੱਚ ਐਟਮਸ ਨੇ ਮੰਨ ਲਓ ਤੁਸੀਂ 1 ਗ੍ਰਾਮ ਕਾਰਬਨ ਲੈ ਲਓ ਜਾਂ ਤੁਸੀਂ 5 ਗ੍ਰਾਮ ਕਾਰਬਨ ਲੈ ਲਓ ਭਾਵੇਂ ਤੁਸੀਂ 1 ਮਿਲੀਗ੍ਰਾਮ ਕਾਰਬਨ ਲੈ ਲਓ ਕਾਰਬਨ ਦੇ ਜਿੰਨੇ ਵੀ ਐਟਮਸ ਨੇ ਉਹ ਸਾਰੇ ਐਟਮਸ ਦੇ ਵਿੱਚ 6 ਪ੍ਰੋਟੋਨਸ ਨੇ ਉਹ ਸਾਰੇ ਐਟਮ ਦੇ ਨਿਊਕਲੀਆਈ ਦੇ ਵਿੱਚ ਦੇਖੋ ਇਹ ਐਟਮ ਦਾ ਨਿਊਕਲੀਆਈ ਹੈ ਔਰ ਇਸ ਤਰ੍ਹਾਂ ਦਾ ਐਟਮ ਹੈ ਇਹਦੇ ਬਾਰੇ ਵੀ ਇੰਟਰਸਟਿੰਗ ਚੀਜ਼ ਇਹ ਆ ਮੰਨ ਲਓ ਸਟੂਡੈਂਟਸ ਕਿ ਤੁਹਾਡੇ ਕੋਲ ਇੱਕ ਗਰਾਊਂਡ ਹੈ ਉਸ ਗਰਾਊਂਡ ਦਾ ਜਿਹੜਾ ਡਾਇਆਮੀਟਰ ਹੈ ਮੰਨ ਲਓ ਉਹ ਡਾਇਆਮੀਟਰ ਹੈਗਾ ਵਾ 10 ਕਿਲੋਮੀਟਰ 10 ਕਿਲੋਮੀਟਰ ਕਾਫੀ ਵੱਡਾ ਡਾਇਆਮੀਟਰ ਹੁੰਦਾ ਵਾ ਇਸ 10 ਕਿਲੋਮੀਟਰ ਡਾਇਆਮੀਟਰ ਦੇ ਸੈਂਟਰ ਦੇ ਵਿੱਚ ਮੰਨ ਲਓ ਮੈਂ ਇੱਕ ਟੈਨਿਸ ਬਾਲ ਰੱਖ ਦਵਾਂ ਟੈਨਿਸ ਬਾਲ ਸੋਚੋ ਸਟੂਡੈਂਟਸ ਕੋਈ ਬੱਚਾ ਦੱਸ ਸਕਦਾ ਵਾ ਕਿ ਟੈਨਿਸ ਬਾਲ ਦਾ ਜਿਹੜਾ ਕਿੰਨਾ ਡਾਇਆਮੀਟਰ ਹੋਏਗਾ ਇੱਕ ਟੈਨਿਸ ਬਾਲ ਦਾ ਕਿੰਨਾ ਡਾਇਆਮੀਟਰ ਹੋਏਗਾ ਆਮ ਟੈਨਿਸ ਬਾਲ ਅਸੀਂ ਜਿਹੜੀ ਜਾਂ ਕਾਰਕ ਬਾਲ ਜਿਹੜੀ ਜਿੱਦਾਂ ਅਸੀਂ ਕ੍ਰਿਕਟ ਖੇਡਦੇ ਆ ਕਿੰਨਾ ਡਾਇਆਮੀਟਰ ਹੋਏਗਾ ਕੀ 1 ਮੀਟਰ ਹੋਏਗਾ नहीं 1 मीटर तो बहुत घट होएगा मे बी 10 या 15 सेंटीमीटर कितना छोटा डायमीटर है सो एडी वड्डी जो ग्राउंड होवे कितनी वड्डी ग्राउंड 10 किलोमीटर डायमीटर दी या कह लो 5 किलोमीटर रेडियस दी जो ग्राउंड होवे ਉਹਦੇ ਸੈਂਟਰ ਦੇ ਵਿੱਚ ਤੁਸੀਂ ਇੱਕ ਛੋਟੀ ਜੀ ਟੈਨਿਸ ਬਾਲ ਜੇ ਰੱਖ ਦਵੋ ਤੇ ਸਟੂਡੈਂਟਸ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਜਿਹੜਾ ਸਾਈਜ਼ ਹੈ ਟੈਨਿਸ ਬਾਲ ਦਾ that is the size of nucleus of an atom ਕਿੰਨੀ ਇੰਟਰਸਟਿੰਗ ਚੀਜ਼ ਹੈ ਸੋ ਨਿਊਕਲੀਅਸ ਜਿਹੜਾ ਬਹੁਤ ਛੋਟਾ ਸਾਈਜ਼ ਆ ਐਸ ਕੰਪੇਅਰ ਟੂ ਆ ਜਿਹੜਾ ਐਟਮ ਦਾ ਪੂਰਾ ਸਾਈਜ਼ ਆ ਇਹ ਐਟਮ ਠੀਕ ਹੈ ਨਾ ਤੁਹਾਨੂੰ ਪਤਾ ਹੀ ਹੈ ਐਟਮ ਕਿਸ ਤਰ੍ਹਾਂ ਬਣਦਾ ਵਾ ਇੱਥੇ ਨਿਊਕਲੀਅਸ ਆ ਨਿਊਕਲੀਅਸ ਦੇ ਆਲੇ ਦੁਆਲੇ ਆਰਬਿਟਸ ਹੁੰਦੇ ਨੇ ਤੇ ਆਰਬਿਟਸ ਦੇ ਵਿੱਚ ਕੌਣ ਰੋਟੇਟ ਕਰਦਾ ਵਾ ਕੌਣ ਰਿਵੋਲਵ ਕਰਦਾ ਵਾ ਇਲੈਕਟ੍ਰੋਨਸ ਇਲੈਕਟ੍ਰੋਨਸ ਦੇ ਉੱਪਰ ਆਪਾਂ ਮੰਨ ਲਿਆ ਕਿ ਨੈਗੇਟਿਵ ਚਾਰਜ ਆ ਔਰ ਨਿਊਕਲੀਅਸ ਦੇ ਅੰਦਰ ਜਿੰਨੇ ਵੀ ਪ੍ਰੋਟੋਨਸ ਨੇ ਉਹਨਾਂ ਦਾ ਚਾਰਜ ਆਪਾਂ ਕੀ ਮੰਨਦੇ ਆ ਪੋਜ਼ਿਟਿਵ ਆਲ ਰਾਈਟ ਸਟੂਡੈਂਟਸ ਇਹ ਬੜੀਆਂ ਇੰਟਰਸਟਿੰਗ ਗੱਲਾਂ ਨੇ ਹੁਣ ਉਹ ਜਿਹੜਾ ਨਿਊਕਲੀਅਸ ਆ ਸਾਨੂੰ ਪਤਾ ਲੱਗ ਗਿਆ ਕਿ ਕਾਰਬਨ ਦੇ ਹਰ ਐਟਮ ਦੇ ਨਿਊਕਲੀਅਸ ਦੇ ਵਿੱਚ ਕਿੰਨੇ ਪ੍ਰੋਟੋਨਸ ਨੇ 6 ਪ੍ਰੋਟੋਨਸ ਨੇ ਤੇ 6 ਹੀ ਨਿਊਟਰੋਨਸ ਨੇ ਇਹ ਪ੍ਰੋਟੋਨਸ ਪਲੱਸ ਨਿਊਟਰੋਨਸ ਨੂੰ ਇਕੱਠੇ ਆਪਾਂ ਕੀ ਕਹਿੰਦੇ ਆ ਨਿਊਕਲੀਓਨਸ ਵੈਰੀ ਗੁੱਡ ਪ੍ਰੋਟੋਨਸ ਤੇ ਨਿਊਟਰੋਨਸ ਨੂੰ ਇਕੱਠੇ ਆਪਾਂ ਨਿਊਕਲੀਓਨਸ ਕਹਿੰਦੇ ਨੇ ਠੀਕ ਹੈ ਕਿਉਂਕਿ ਨਿਊਕਲੀਓਨਸ ਮਤਲਬ ਉਹ ਸਬ ਐਟੋਮਿਕ ਪਾਰਟੀਕਲਸ सब एटॉमिक क्यों क्या क्योंकि एटम दे छोटे पार्ट्स ने सब एटॉमिक पार्टिकल्स ਜਿਹੜੇ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਨਿਊਕਲੀਓਨਸ ਹੁਣ ਦੇਖੋ ਸਟੂਡੈਂਟਸ ਕਿ ਜਿਹੜਾ ਵੀ ਐਟਮ ਦਾ ਮਾਸ ਹੈ ਸਭ ਤੋਂ ਪਹਿਲਾਂ ਇਹ ਆਈਡੀਆ ਕਿੱਥੋਂ ਆਇਆ ਸਾਇੰਟਿਸਟ ਦੇ ਮਨ ਦੇ ਵਿੱਚ ਇਹ ਆਈਡੀਆ ਆਇਆ ਡੈਲਟਨ ਐਟੋਮਿਕ ਥਿਊਰੀ ਦੇ ਵਿੱਚੋਂ ਡੈਲਟਨ ਐਟੋਮਿਕ ਥਿਊਰੀ ਦੀਆਂ ਇੰਟਰਸਟਿੰਗ ਗੱਲਾਂ ਜੇ ਮੰਨ ਲਓ ਉਸ ਵਿਚਾਰੇ ਨੇ 6 ਜਾਂ 7 ਗੱਲਾਂ ਕਹੀਆਂ ਮੋਸਟਲੀ ਗੱਲਾਂ ਗਲਤ ਪ੍ਰੂਵ ਹੋ ਗਈਆਂ ਬਟ ਫਿਰ ਵੀ ਡੈਲਟਨ ਐਟੋਮਿਕ ਥਿਊਰੀ ਨੇ ਇੱਕ ਬੜੀ ਕਮਾਲ ਦੀ ਗੱਲ ਮੈਂਸ਼ਨ ਕੀਤੀ ਉਹ ਹੈ ਐਟਮ ਦਾ ਮਾਸ ਬਾਅਦ ਚ ਪਤਾ ਲੱਗਿਆ ਕਿ ਇਹ ਜਿਹੜਾ ਮਾਸ ਹੈ ਇਹ ਪੂਰੇ ਐਟਮ ਦੇ ਵਿੱਚ ਇਕੁਅਲੀ ਡਿਸਟ੍ਰੀਬਿਊਟਡ ਨਹੀਂ ਹੈ ਜਿਵੇਂ ਕਿ ਵਾਟਰਮੈਲਨ ਦਾ ਮਾਡਲ ਆਇਆ ਸੀ ਹਨਾ ਤੁਸੀਂ ਪਹਿਲੇ ਲੈਕਚਰ ਦੇ ਵਿੱਚ ਵੀ ਇਹ ਸੁਣਿਆ ਹੋਏਗਾ ਪਹਿਲੇ ਚੈਪਟਰ ਚ ਪੜਿਆ ਹੋਏਗਾ ਐਟਮਸ ਸਟਰਕਚਰ ਆਫ ਐਟਮ ਹਨਾ ਉਹਨੇ ਕਿਹਾ ਸੀ ਜੇ ਵਾਟਰਮੈਲਨ ਦਾ ਰੈੱਡ ਵਾਲਾ ਪੋਰਸ਼ਨ ਆ ਉਹ ਸਾਰਾ ਡਿਸਟ੍ਰੀਬਿਊਟਡ ਹੁੰਦਾ ਵਾ ਐਟਮ ਦੇ ਵਿੱਚ ਉਹ ਰੈੱਡ ਵਾਲਾ ਪੋਰਸ਼ਨ ਇਜ਼ ਲਾਈਕ ਪੋਜ਼ਿਟਿਵ ਚਾਰਜ ਠੀਕ ਹੈ ਬਟ ਇਹ ਗੱਲ ਜਿਹੜੀ ਆ ਇਹ ਗਲਤ ਪ੍ਰੂਵ ਹੋ ਗਈ ਬਾਅਦ ਵਿੱਚ ਉਹ ਐਕਸਪੈਰੀਮੈਂਟਸ ਕਰਕੇ ਖਾਸ ਕਰ ਜਿਹੜਾ 골ਡ ਲੀਫ ਤੇ ਐਕਸਪੈਰੀਮੈਂਟ ਕੀਤਾ ਗਿਆ ਰਦਰਫੋਰਡ ਨੇ ਬਿਲਕੁਲ ਉਹਨੇ ਕਿਹਾ ਕਿ ਨਹੀਂ ਜਿਹੜਾ ਮਾਸ ਆ ਇਹ ਸੈਂਟਰ ਦੇ ਵਿੱਚ ਕਨਸੈਂਟਰੇਟਡ ਆ ਇਸੇ ਕਰਕੇ ਮੋਸਟਲੀ ਜਿਹੜੇ ਮੇਰੇ ਅਲਫਾ ਪਾਰਟੀਕਲਸ ਨੇ ਉਹ ਚਲੇ ਗਏ ਆਰ ਪਾਰ ਹੋ ਗਏ ਬਟ ਜਿਹੜੇ ਅਲਫਾ ਪਾਰਟੀਕਲਸ
ਇੱਥੇ ਨਿਊਕਲੀਅਸ ਦੇ ਨਾਲ ਟਕਰਾਏ, ਉਹ ਕੀ ਹੋ ਗਏ, ਉਹ ਹੋ ਗਏ ਰੀਬਾउंड, ठीक है, वो वापस आए या कुछ एंगल ते गए या इस तरह एंगल ते आए, ठीक है। सो उत्थों पता लग गया रदरफोर्ड के एक्सपेरिमेंट तो कि जेड़ा न्यूक्लियस है वो बहुत छोटा वा, क्यों, क्योंकि उसे उन्हें देखा कि आई थिंक 1200 अल्फा पार्टिकल्स दे विचों एक अद्धा अल्फा पार्टिकल है जेड़ा रिबाउंड होया या जेड़ा डाइवर्ट होया, मोस्टली वो चले गए। ਇਹਦਾ मतलब मोस्टली जेड़ा स्पेस है वो एम्प्टी है एटम ਦੇ अंदर, ठीक है। और इथों ये भी पता लगता है कि जेड़ा इलैक्ट्रॉन्स ने वो मासलैस ने, क्योंकि इलैक्ट्रॉन्स का जे मान लो मास हुंदा ते जदों इलैक्ट्रॉन्स दे नाल वो टकरांदे अल्फा पार्टिकल्स वो भी ਸਕੈਟਰ हो जाते या पिछे आते, बट इलैक्ट्रॉन्स बिल्कुल मासलैस ने। ये भी गल आपां अंडरस्टैंड कर रहे हैं, बुक्स दे विच नहीं आ कि इलैक्ट्रॉन्स दा कोई मास नहीं है, कोई फर्क नहीं पिया, जे इलैक्ट्रॉन्स नूं टकराई भी ते इहनूं अगे चले गए इलैक्ट्रॉन्स। ओके, सो स्टूडेंट्स डेल्टा एटॉमिक थ्योरी तो सानू आइडिया लग्या कि एटॉमिक मास की चीज है। आओ आपां इहनूं डिटेल दे विच समझदे हां, इहदा बैकग्राउंड सारा तुसीं समझ लिया कि ਇਹ ਕੀ ਕਹਿੰਦੇ ਆ, ਮਾਸ ਕਿੱਥੇ ਕੰਸੈਂਟਰੇਟਡ ਹੁੰਦਾ ਵਾ, ਮਾਸ ਸਾਰੇ ਦਾ ਸਾਰਾ ਐਟਮ ਦਾ ਕਿੱਥੇ ਕੰਸੈਂਟਰੇਟਡ ਹੁੰਦਾ ਵਾ, ਉਹਦੇ ਨਿਊਕਲੀਅਸ ਦੇ ਵਿੱਚ, ਇਨ ਦਾ ਫਾਰਮ ਆਫ ਪ੍ਰੋਟੋਨਸ ਐਂਡ ਨਿਊਟਰॉन्स। ਵੈਰੀ ਗੁੱਡ। ਹੁਣ ਬੜੀ ਕਮਾਲ ਦੀ ਗੱਲ ਆ ਸਟੂਡੈਂਟਸ, ਮੰਨ ਲਓ ਤੁਹਾਡੇ ਮੰਮਾ ਕਹਿੰਦੇ ਨੇ ਜਾਓ ਬੇਟਾ ਕਿ ਤੁਸੀਂ ਨਾ ਬੈਂਗਨ ਲੈ ਆਓ, ਕੀ ਲੈ ਆਓ, ਬੈਂਗਨ ਜਾਂ ਗਾਜਰਾਂ ਲੈ ਆਓ, ਤੇ ਉਹ ਤੁਹਾਡਾ ਦੁਕਾਨਦਾਰ ਤੁਹਾਨੂੰ ਕੀ ਕਹਿੰਦਾ ਕਿ ਬੇਟਾ ਆਹ ਦੇਖੋ ਕਿੰਨੀਆਂ ਬੜੀਆਂ ਬੈਂਗਨ ਪਏ ਨੇ, ਠੀਕ ਹੈ, ਤੁਸੀਂ ਦੱਸੋ ਕਿੰਨੇ ਬੈਂਗਨ ਚਾਹੀਦੇ ਨੇ, ਤੇ ਕੀ ਤੁਸੀਂ ਇਸ ਤਰ੍ਹਾਂ ਕਹੋਗੇ ਕਿ ਅੰਕਲ ਮੈਨੂੰ ਥੋੜੇ ਜਿਹੇ ਬੈਂਗਨ ਦੇ ਦਿਓ, ਉਹ ਕਹੇਗਾ ਬੇਟਾ ਬਹੁਤ ਮੇਰੇ ਕੋ ਗਾਹਕ ਨਹੀਂ, ਫਟਾਫਟ ਦੱਸੋ ਕਿੰਨੇ ਬੈਂਗਨ ਚਾਹੀਦੇ ਨੇ, ਸਪੈਸੀਫਾਈ ਕਰੋ। देखो यह कंसैप्ट बहुत वधिया एटॉमिक मास के नाल रिलेट हुंदा वा, जे तुसीं समझ लो किस तरह। तो वो कहेगी अंकल असीं 4-5 बंदे हैगे आ, थोड़े जे दे दो, कहेगा बेटा वापस जा अपनी मम्मा नूं पुछ के आ किन्ने बैंगन चाहिए ने, फिर ओदी मम्मा कहणगे कि मैनूं 2 किलोग्राम बैंगन चाहिए ने। एग्री? हुण तुसीं ध्यान दे नाल इह गल सुनना, 2 किलोग्राम बैंगन जेड़ा वा की एक्चुअली 2 किलोग्राम बैंगन ले कि ये बैंगन का रिलेटिव मास है। देखो सब पहली बारी तुहाडे दिमाग दे विच गल आई, या कह लो कि असी एक असी उन्होंने कहा कि तुसीं 5 किलो अचार पाना वा ते 5 किलो मैनूं निंबू दे दो। हुण की ये 5 किलो जिहड़े निंबू तोले, की वो 5 किलो निंबूआं दा एक्चुअल मास आ कि वो रिलेटिव मास आ? ये बड़ी इंटरेस्टिंग चीज आ, सोचो। एक्चुअली वो निंबूआं दा रिलेटिव मास आ। किस तरह असी की कीता कि असी सब तो पहला जिहड़ा हुंदा वट्टा, 1 किलो दा वट्टा तुसीं देखिया होना है ना, वट्टे दा मतलब जिहड़े वेइंग स्केल्स हुंदे ने, वट्टा, सॉरी मैं गलत लिखता, 1 किलो दा वट्टा हुंदा उहदे को। असी की कीता कि पहला जिहड़ा 1 किलो दा वट्टा वा ओनू नॉमनक्लेचर देता, सारी दुनिया नूं दसता भी इनू असी 1 किलोग्राम मंनदे हां ते इहदे विच किन्ने ग्राम्स ने, 1000 ग्राम्स ने। अच्छा हुण जदों सारे संसार ने मान लिया भी ठीक है इन्ना कि जिहड़ा भार हैगा वा वो 1 किलो वट्टा हुंदा वा, कई लोग की गल्ले चलाकी करदे आ, वट्टे दे थल्ले मोम ला दिंदे ने या कोई धूफ ला दिंदे आ, इहदे नाल उन्हां नूं प्रॉफिट ज्यादा हुंदा वा। सोचियो क्यों, वट्टे दे थल्ले एक छेक जिहा हुंदा वा, कई लोग वो छेक दे विच कोई मैगनेट या कोई चीज ला दिंदे आ, इहदे नाल वो घट तोलदे ने। जे मान लो 50 ग्राम का मैगनेट लाता, ਤੁਹਾਨੂੰ 1 किलो की बजाय फिर गड़बड़ हो जाएगी थोड़ी, इदा कुछ करते हैं लोग, है ना, वट्टे दे इदा करते हैं, या बच्चे वट्टे खुरच देंगे ने, या वो जिहड़ा वे मास दूजे पासे ला देंगे ने, इदा बड़ा कुछ लोग गड़बड़ भी करते हैं। तुसीं थोड़ा इदा भी सोचियो क्यों किस तरह गड़बड़ होएगी। ओके, सो एक जिहड़ा वट्टा वा वो 1 किलोग्राम का आपां मान लिया कि 1 किलोग्राम का वट्टा वा। हुण असीं की कीता, उहदे कोल वेइंग स्केल्स ने, दुकानदार दे कोल असीं की कीता, 2 वट्टे रख दिते। जदों वो लड़की ने कहा कि मैनूं अंकल 2 किलो बैंगन दे दो, असीं की कीता, 2 किलो वट्टे रख दिते, 2 वट्टे। असीं समझ लिया कि हुण जिन्ने भी बैंगन, तो 1 2 3 बैंगन पाए ते वो इधर नूं सी ओहदी नीडल, ਇਹਦਾ मतलब आ भार ज्यादा वा, ग्रेविटी इत्ते सेम लग रही है। असीं इन्ने बैंगन पाने ने कि दोवां दे उत्ते ग्रेविटी सेम लग के
ग्रेविटी तो सेम लग रही है बट इधर भार ज्यादा वा है ना, इधर मास ज्यादा होने के कारण यदि फोर्स ज्यादा, वेट ज्यादा, दोवें पासे सेम वेट करना वा। सो बैंगन पाई जाएगा पाई जाएगा पाई जाएगा, फिर इधर आ जाएगी, फिर बैंगन होर पाएगा तो वह बिल्कुल ये मैच कर जाएगी। कई इतने भी गड़बड़ करते हैं कई लोग, ये गड़बड़ की होंगी सूई उन्होंने, वो भी उन्होंने प्रॉफिट बच जाता वा। सो बहुत तरीके दी चलाकियां लोग करते हैं। मान लो ठीक है वेइंग स्केल, हुण जो ये पूरा ये मैच कर गया, ये मतलब ये बैंगन का कितना मास ले लिया असी, किन्ने बैंगन आ गए 2 किलो, ये आ गए, बोलो जी, बोलो बच्चियों किन्ने बैंगन आ गए, ये बैंगन आ 2 गए। kg। हुण इंटरेस्टिंग गल ये आ कि ये जो 2 किलो बैंगन ले, ये बैंगन का एक्चुअल मास आ कि रिलेटिव मास, ये वटियां दे हिसाब दे नाल मास आया, वटियां दे हिसाब नाल तुहानूं पता लग गया ना कि 2 किलो आ, इस करके इन्हां नूं एक्चुअली कहांगे रिलेटिव मास। ये जिहड़ा रिलेटिव मास तुसीं मतलब कि मैजर किया बैंगना का, एक इन रिलेटिव टू किहदे नाल कीता, 1 किलोग्राम के वट्टे दे नाल, ठीक है। सो इस तरीके नाल असीं कह सकते हैं कि मैनूं 5 किलो अंकल नींबू दे दो, मैनूं 10 किलो प्याज दे दो। 10 किलो प्याज का की मतलब कि वो जिहड़ा 1 किलो का वट्टा वा इंटू 10, समझ गए ना, 10 किलो का मैनू वो समान मिल गया, या 15 किलो दे दो, जो दुकानदार ने 100 किलो 200 किलो लेंदे ने। हुण सारे वर्ल्ड में की है कि एक यूनिट असी कन्फर्म कर दिता, केड़ा मास दा यूनिट 1 kg। सारा वर्ल्ड हुण 1 kg के हिसाब नाल चल रहा, कोई दिक्कत नहीं है। ये भी ये कंट्री में मास हो रहा, ये कंट्री मास हो रहा, सारिया कंट्रियां दे मास जिहड़ा वा 1 kg सारिया ने मान लिया। हुण आई केमिस्ट्री की गल, जो केमिस्ट्री की गल आई स्टूडेंट्स, तो फिर पहले दसा कि पहली गल थोड़ा तुहानूं बैकग्राउंड भी दसा, पहला हाइड्रोजन का जिहड़ा एटम वा उहदे हिसाब दे नाल सारियां दा मास, एटॉमिक मास कैलकुलेट किया जाता सी। हालांकि एटॉमिक हर एटम का मास कैलकुलेट करना, एब्सोल्यूट मास, एक बड़ी डिफिकल्ट टास्क आ। सो उन्होंने रिलेटिव एटॉमिक मास का कंसैप्ट एक लिया, किद्दां उन्होंने देखा कि हाइड्रोजन काफियां दे नाल रिएक्ट करती है, हाइड्रोजन के रिलेटिव मास ले लो। रिलेटिव किद्दां भी जो भी मास एटम का वा उन्होंने हाइड्रोजन के एक एटम में डिवाइड करके जो मास आया वो आप एटम का मास मान लिया, समझ गए। उस तो बाद वारी आई ऑक्सीजन की, ऑक्सीजन बहुत रिएक्ट कर रहा, बट हुण लेटेस्ट जिहड़ा वर्ल्ड है अकॉर्डिंग टू IUPAC, सानू सब बहुत प्यारी बच्ची है साडी दिया दसेगी IUPAC की हुंदी है, इंटरनेशनल, बोलो जी, यूनियन ऑफ प्योर एंड अप्लाइड केमिस्ट्री, ठीक है। जिन्ने भी एलीमेंट्स के नाम ने ये रखती है, सारा कुछ केमिस्ट्री दे विच यदि परमिशन तो बगैर आप केमिस्ट्री कोई भी नॉमनक्लेचर नहीं कर सकते, ठीक है जी। IUPAC जे किसी ने केमिस्ट बनना आगे जाके, ओके। हुण ऑक्सीजन नूं भी छड्डता, हाइड्रोजन नूं भी छड्डता, उन्होंने देखिया, ध्यान नाल सुनियो, कार्बन ते गल आ गई। सोचो कार्बन ते गल क्यों आई, क्योंकि हुण पता लग्या, देखो जी केमिस्ट्री है ना अगे जाके 2 पार्ट्स के विच डिवाइड हो जाएगी, एक बन जाएगा ऑर्गेनिक केमिस्ट्री ते दूजी की हो जाएगी, जेडे बच्चे ICSE च पढ़ते हैं 10th विच ही उन्हां कोल 2 ने, इनऑर्गेनिक केमिस्ट्री। इनऑर्गेनिक केमिस्ट्री दे विच स्टूडेंट्स जिन्ने भी होर कार्बन नूं छड्ड के होर कंपाउंड्स दे सारे इनऑर्गेनिक चाहते हैं, तो ऑर्गेनिक केमिस्ट्री दे विच कार्बन वाले कंपाउंड्स आते हैं, समझ गए। जिवें कि मीथेन CH4, कार्बन मोनोऑक्साइड, कार्बन डाइऑक्साइड, ठीक है जी। जिस तरह आप कह दें जी जिन्ने भी हाइड्रोकार्बनस ने, जिन्ने भी फ्यूल्स ने, वो सारे हाइड्रोकार्बनस ने, वो सारे ऑर्गेनिक केमिस्ट्री का पार्ट बन गए। हुण ऑर्गेनिक केमिस्ट्री डेवलप क्यों हुई, की लोड़ सी केमिस्ट्री नूं 2 पार्ट्स डिवाइड करन दी, उहदा कारण ये सी कि हजारां नहीं, सैकड़ियां नहीं, बल्कि लखां दे विच कार्बन दे कंपाउंड्स ने। कार्बन एक ऐसा एलीमेंट आ कि जिहदे विच कैटिनेशन की प्रॉपर्टी है, ठीक है। ये असी कार्बन पढ़ांगे तो सुनांगे, ये बहुत इंपॉर्टेंट प्रॉपर्टी है कार्बन की कैटिनेशन। इहदे नाल की है कि कार्बन सिंगल बॉन्ड, डबल बॉन्ड, ट्रिपल बॉन्ड, मतलब यदि एसोशिएट बाकी एलीमेंट्स के नाल एसोशिएट होके कंपाउंड्स बनाने की जो कैपेबिलिटी है, या जो यदि चाहत है,
हर किसी दूजे एलीमेंट या ग्रुप ऑफ एलीमेंट्स के नाल कंपाउंड बनाना वो बहुत ज़्यादा वा। हुण तक जे असीं कहिए कि किहड़े एलीमेंट दी सब तो ज़्यादा कंपाउंड्स ने इस दुनिया च, ते वो हैगा वा कार्बन। सब तो ज़्यादा कंपाउंड्स कार्बन दे ने। साडे आले दुआले असीं कार्बन दे कंपाउंड्स नाल घिरे होए हां। सारी प्लास्टिक दे विच कार्बन है, सारे फ्यूल दे विच कार्बन है, ठीक है ना। जिथे किते तुहानूं कोई काली चीज़ नज़र आ रही है, मोस्टली उहदे विच कार्बन है, ठीक है ना। एटमोसफेयर दे विच कार्बन है, कार्बन डाइऑक्साइड है, कार्बन मोनोऑक्साइड है, कोयला कार्बन है, ठीक है। मतलब बहुत ज्यादा कार्बन के कंपाउंड्स ने। हुण जदों पता लग गया कि कार्बन बहुत ज्यादा कंपाउंड्स बनाती है, बहुत ज्यादा, इस करके फिर कार्बन को स्टडी किया गया। फिर पता लग गया कि कार्बन के कुछ आइसोटोप्स ने, आइसोटोप्स ने। वो कहते भी आइसोटोप्स की ने, ये बच्चों को पता वा। ओ आइसोटोप्स की ने जदों इको ही एलीमेंट की गल कर रहे हैं, एक एलीमेंट दे विच डिफरेंट डिफरेंट एटम्स होण, जिन्हां दा एटॉमिक नंबर सेम हैगा वा, बट हैरानगी की गल आ उन्हां दा मास नंबर जे डिफरेंट है। असीं कहांगे ये आइसोटोप्स ने उस एलीमेंट्स दे। जिवें कि स्टूडेंट्स मैं तुहानूं दस्सां कि हाइड्रोजन दे विच भी 3 आइसोटोप्स ने। एक हैगा वा प्रोटियम, एक हैगा ड्यूटीरियम, ते तीजा हैगा जी ट्रीटियम। ट्रीटियम देखो, ट्राई का मतलब 3, ड्यू मतलब 2, प्रो मतलब 1। एक की चीज आ, ये हैगे न्यूट्रॉन्स, ठीक है। अच्छा हुण मैं दसदा, एक्चुअली ड्यू का मतलब ये नहीं 2 न्यूट्रॉन्स, मैं तुहानूं दसदा। ये प्रो ड्यू ट्री जिहड़े है ना, ये मास नंबर दे नाल रिलेट ने। प्रोटियम मतलब H1 1, ये हैगा जी एटॉमिक नंबर, ये हैगा मास नंबर। एटॉमिक नंबर भी 1, मास नंबर भी 1, मतलब कि ਇਹਦੇ ਵਿੱਚ न्यूट्रॉन्स कितने होए 0। ड्यूटीरियम, ड्यूटीरियम 2 ने ਇਹਦੇ ਵਿੱਚ ਕੀ, ਇਹਦਾ ਮਾਸ ਨੰਬਰ 2 ਆ, 2 1, ਮਾਸ ਨੰबर 2, एटॉमिक नंबर 1, ਇਹਦਾ मतलब ਵਿੱਚ न्यूट्रॉन कितने होए 1। वेरी गुड। ट्रीटियम 1H3, हमेशा एटॉमिक नंबर थले लिखीदा ते ऊपर मास नंबर, कई लोग इधर भी लिख लेंदे, कोई गल नहीं, ठीक है। ਤੇ ਇਹਦਾ मतलब ਕੀ ਹੋਇਆ, ਇਹਦੇ ਚ प्रोटॉन ਸਾਰਿਆਂ ਦੇ ਵਿੱਚ 1 ਆ, 1 1 1। देखो इन्हां दा मास नंबर सेम आ, सॉरी एटॉमिक नंबर सेम है, मास नंबर अलग है। क्यों? प्रोटियम का मास नंबर कितना वा 1, ड्यूटीरियम का 2, ट्रीटियम का 3। ਇਹਦਾ मतलब 1 2 3 इन्हां दे मास नंबर ने, ठीक है जी। अच्छा हुण, अच्छा पहला ये समझिया गया कि भी कार्बन दे 3 आइसोटोप्स ने। हुण ਉਹ ਵੱਟਾ ਕਿਹੜਾ ਲੈ, ਕਾਰਬਨ ਦੇ ਕਿਹੜੇ ਵਾਲੇ ਆਈਸੋਟੋਪ ਨੂੰ ਵੱਟਾ ਲੈਣਾ। ਵੱਟਾ ਮਤਲਬ ਉਹ 1 ਕਿਲੋਗ੍ਰਾਮ ਦਾ ਵੱਟਾ ਜਿਹਦੇ ਨਾਲ ਸਾਰੇ ਮਾਸ ਨੂੰ ਆਪਾਂ ਰਿਲੇਟ ਕਰਨਾ, ਉਹ ਲੈ ਲਿਆ C12, ਠੀਕ ਹੈ। C12 ਇਸ ਕਰਕੇ ਲਿਆ ਕਿਉਂ, ਕਿਉਂਕਿ ਦੇਖੋ ਜੇ C13 ਲੈਂਦੇ ਜਾਂ C14 ਲੈਂਦੇ ਕੁਝ ਪ੍ਰੋਬਲਮ ਆਣੀ ਸੀ। ਸੋਚੋ ਕਿ C12 ਦੀ ਕੰਪੋਜੀਸ਼ਨ ਦੇਖੋ, ਇਹਦੇ ਵਿੱਚ C12 ਦਾ ਕੀ ਮਤਲਬ, ये 3 मैं हूं कार्बन के आइसोटोप्स की गल कर रहा वा। पहला की है C12, C13 ते C14। C12 का की मतलब होया स्टूडेंट्स, कोई बच्चा दस सकदा? ये कार्बन के आइसोटोप्स ने C13 ते C14। देखो आइसोटोप्स दे विच की चीज सेम हुंदी है, एटॉमिक नंबर। एटॉमिक नंबर सेम हुंदा। ये सारियां दा एटॉमिक नंबर कितना वा कार्बन दा 6। ब्यूटीफुल, ठीक है ना। 6 इन्हां दा एटॉमिक नंबर है। 6 इन्हां दे विच की कहंदे आ प्रोटॉन्स ने। 6 इन्हां दे विच की ने प्रोटॉन्स ने। ऑल राइट, ते इन्हां च अलग-अलग की चीज आ न्यूट्रॉन्स। ऑल राइट, चक दो फटे। हुण आपां देखदे आ ਇਹਦੇ ਵਿੱਚ प्रोटॉन्स ने 6 ਤੇ न्यूट्रॉन्स किन्ने ने, ਉਹ भी 6। ਇਹਦੇ ਵਿੱਚ प्रोटॉन्स ने 6, न्यूट्रॉन्स किन्ने 7। सॉरी यह गलत लिखता मैं, प्रोटॉन्स 6, न्यूट्रॉन्स किन्ने ने 8। 8 6 14, 7 6 13, 6 6 12। ये थोड़ा सिमेट्रिकल है। C12 6 6 ने। अच्छा 6 6 ले 12 ਇਹਦੇ ਵਿੱਚ ਕੀ ਨੇ स्टूडेंट्स, बोलो 12 न्यूक्लियॉन्स ने। C12 ਦੇ ਵਿੱਚ टोटल नंबर ऑफ न्यूक्लियॉन्स किन्ने ने 12 ते 12 ने ना, बोलो ठीक है। ते जे मान लो, मान लीए कि प्रोटॉन ते न्यूट्रॉन इन्हां दा मास बहुत घट फर्क है। ऑलमोस्ट इन्हां दा मास जिहड़ा सेम हैगा।
ਕਿਹਦਾ ਪ੍ਰੋਟੋਨ ਤੇ ਨਿਊਟਰੋਨ ਦਾ। ਤੇ ਹੁਣ ਕੀ ਆ ਕਿ C12 ਦਾ ਮੰਨ ਲਓ ਇੱਕ ਐਟਮ ਆਪਾਂ ਲਿਆ, ਕੀ ਲਿਆ C12 ਦਾ 1 ਐਟਮ। 1 ਐਟਮ ਦੇ ਵਿੱਚ ਕਿੰਨੇ ਨਿਊਕਲੀਓਨਸ ਦੇ ਨੇ C12 ਦੇ ਇੱਕ ਐਟਮ ਦੇ ਵਿੱਚ ਕਿੰਨੇ ਨਿਊਕਲੀਓਨਸ ਹੋਣਗੇ ਦੱਸੋ 12। ਹਾਂਜੀ ਕਿੰਨੇ ਹੋਣਗੇ ਬੋਲੋ ਜੀ 12 ਕਹਿ ਰਿਹਾ ਕਿ 7 ਬੋਲੋ ਬੱਚੇ 7 ਜੇ ਕਹਿ ਰਹੇ ਹੋ ਗਲਤ ਹੈ 12 12 6 ਇਹਦੇ ਵਿੱਚ ਪ੍ਰੋਟੋਨਸ ਨੇ ਤੇ 6 ਹੀ ਨਿਊਟਰੋਨਸ ਨੇ ਠੀਕ ਹੈ ਜੀ। ਅੱਛਾ ਹੁਣ ਕਿਸੇ ਇੱਕ ਨਿਊਕਲੀਓਨ ਦਾ ਜਿਹੜਾ ਮਾਸ ਆ ਉਹਨੂੰ ਅਸੀਂ ਮੰਨ ਲਓ ਸਟੈਂਡਰਡ ਮਾਸ ਜੇ ਮੰਨੀਏ, ਦੁਬਾਰਾ ਧਿਆਨ ਨਾਲ ਸੁਣੋ, ਜੇ ਆਪਾਂ ਇੱਕ ਨਿਊਕਲੀਓਨ ਦੇ ਮਾਸ ਨੂੰ ਮੰਨ ਲਓ ਸਟੈਂਡਰਡ ਮਾਸ ਮੰਨਣਾ ਹੋਏ ਤੇ ਕਿੱਦਾਂ ਕਰਾਂਗੇ, ਔਰ ਇਹ ਮੰਨ ਲਿਆ ਸੀ ਕਿ ਪ੍ਰੋਟੋਨ ਤੇ ਨਿਊਟਰੋਨ ਦਾ ਮਾਸ ਸੇਮ ਆ। ਹੁਣ C12 ਦੇ ਵਿੱਚ ਟੋਟਲ ਕਿੰਨੇ ਕੀ ਕਹਿੰਦੇ ਆ ਨਿਊਕਲੀਓਨਸ ਨੇ 12। ਤੇ ਜੇ ਆਪਾਂ ਇੱਕ ਨਿਊਕਲੀਓਨ ਦੇ ਮਾਸ ਨੂੰ ਸਟੈਂਡਰਡ ਮਾਸ ਮੰਨਣਾ ਹੋਏ ਜਿਹਦੇ ਨਾਲ ਬਾਕੀ ਸਾਰੇ ਮਾਸਸ ਨੂੰ ਕੰਪੇਅਰ ਕਰਾਂਗੇ ਤੇ ਆਪਾਂ ਇੱਕ C12 ਦਾ ਜਿਹੜਾ ਐਟਮ ਆ ਉਹਦਾ ਕਿੰਨਵਾਂ ਹਿੱਸਾ ਮਾਸ ਲਵਾਂਗੇ 12ਵਾਂ ਹਿੱਸਾ 12th ਪਾਰਟ। ਕਿਉਂ, ਉਹ ਜਿਹੜਾ 12th ਪਾਰਟ ਦਾ ਜਿਹੜਾ ਮਾਸ ਆ ਕਿੰਨਾ ਯੂਨਿਟ ਆ ਜਾਏਗਾ 1 ਯੂਨਿਟ। ਬਿਲਕੁਲ ਠੀਕ, ਕਿਉਂਕਿ C12 ਦੇ ਵਿੱਚ ਕਿੰਨੇ ਕੀ ਕਹਿੰਦੇ ਨਿਊਕਲੀਓਨਸ ਨੇ 12। ਤੇ ਜੇ ਆਪਾਂ ਇਹਨੂੰ C12 ਦੇ ਟੋਟਲ ਜਿਹੜਾ ਮਾਸ ਆ ਉਹਨੂੰ ਮੰਨ ਲਓ 12 ਦੇ ਨਾਲ ਜੇ ਡਿਵਾਈਡ ਕਰਤਾ ਸਾਡੇ ਕੋਲ ਕੀ ਆਏਗਾ ਇੱਕ ਨਿਊਕਲੀਓਨ ਕੀ ਆਏਗਾ ਬੇਟਾ, ਇਸ ਦਾ ਸੋਚਣ ਸਮਝਣ ਤੋਂ ਬਗੈਰ ਨਾ ਬੋਲੋ। ਹਾਂਜੀ ਮੈਂ ਦੁਬਾਰਾ ਪੁੱਛ ਰਿਹਾ ਹਾਂ, ਦੇਖੋ C12 ਦੇ ਵਿੱਚ ਟੋਟਲ ਨਿਊਕਲੀਓਨਸ ਕਿੰਨੇ ਨੇ 12 ਨਿਊਕਲੀਓਨਸ। ਉਹ ਕਿੱਦਾਂ 6 ਪ੍ਰੋਟੋਨ ਤੇ 6 ਹੀ ਨਿਊਟਰੋਨ। ਮੰਨ ਲਓ ਅਸੀਂ ਇੱਕ ਨਿਊਕਲੀਓਨ ਦੇ ਮਾਸ ਨੂੰ ਸਟੈਂਡਰਡ ਮਾਸ ਮੰਨਦੇ ਆ ਤੇ ਆਪਾਂ ਨੂੰ ਇੱਕ ਨਿਊਕਲੀਓਨ ਦਾ ਮਾਸ ਕਿੱਦਾਂ ਆਏਗਾ C12 ਦੇ ਵਿੱਚ ਕਿੰਨੇ ਨੇ ਤੇ ਆਪਾਂ ਇਹਦਾ ਕਿੰਨਵਾਂ ਹਿੱਸਾ ਲਵਾਂਗੇ 12ਵਾਂ ਹਿੱਸਾ 12th ਪਾਰਟ। ਇਸ ਕਰਕੇ ਸਟੂਡੈਂਟਸ ਉਹ ਜਿਹੜਾ 1/12 ਆਫ ਕਿਹੜਾ ਐਟਮ, ਹੁਣ ਅਸੀਂ ਕਾਰਬਨ ਐਟਮ ਨਹੀਂ ਕਵਾਂਗੇ ਕਿਉਂਕਿ ਕਾਰਬਨ ਐਟਮ 3 ਟਾਈਪਸ ਦੇ ਨੇ, C12 ਵੀ ਹੈ C13 ਵੀ ਹੈ ਤੇ C14 ਵੀ ਹੈ। ਅਸੀਂ 1/12 ਕਿਹੜੇ ਕਾਰਬਨ ਆਈਸੋਟੋਪ ਦਾ ਲਵਾਂਗੇ C12। ਇਹ ਤੁਹਾਡੀ ਡੈਫੀਨੇਸ਼ਨ ਕੰਪਲੀਟ ਹੋ ਗਈ ਐਟੋਮਿਕ ਮਾਸ ਦੀ। ਇਹ ਤੁਹਾਨੂੰ ਬਾਰ-ਬਾਰ ਵੀਡੀਓ ਦੇਖਣੀ ਪਏਗੀ ਫਿਰ ਸਮਝ ਆਏਗੀ। 1/12 ਆਫ C12 ਐਟਮ ਦਾ ਜਿਹੜਾ ਮਾਸ ਆ ਉਹਨੂੰ ਅਸੀਂ ਕਹਿੰਦੇ ਆ 1 ਐਟੋਮਿਕ ਯੂਨਿਟ। ਬਿਲਕੁਲ ਵੈਸੇ ਹੀ ਦਿਆ ਜਿਸ ਤਰ੍ਹਾਂ ਆਪਾਂ 1 ਕਿਲੋਗ੍ਰਾਮ ਦਾ ਜਿਹੜਾ ਵੱਟਾ ਵਾ ਉਹਨੂੰ ਅਸੀਂ ਕੀ ਸਟੈਂਡਰਡ ਮਾਸ ਕਹਿਤਾ ਕਿ ਇਹ ਹੈਗਾ ਜੀ 1 ਕਿਲੋ। ਹੁਣ ਤੁਸੀਂ ਮੰਨ ਲਓ 3 ਕੀ ਕਹਿੰਦੇ ਆ ਬੈਂਗਨ ਲੈਣੇ ਆ 3 ਕਿਲੋ ਬੈਂਗਨ ਤੇ ਸਾਨੂੰ ਕਿੰਨੇ ਵੱਟੇ ਪਾਣੇ ਪੈਣਗੇ, ਇੱਥੇ ਸਾਨੂੰ 3 ਵੱਟੇ ਪਾਣੇ ਪੈਣਗੇ। ਇਸ ਤਰ੍ਹਾਂ ਦੇ ਅਸੀਂ ਕਵਾਂਗੇ, ਇਹਨੂੰ ਕਹਿ ਦੇਵਾਂਗੇ ਕਿ ਆਹ ਜਿਹੜੇ ਬੈਂਗਨ ਨੇ ਜੀ ਦੂਜੇ ਪਾਸੇ ਕਿੰਨੇ ਨੇ 3 ਕਿਲੋ। ਜੇ 5 ਕਿਲੋ ਨਿੰਬੂ ਚਾਹੀਦੇ ਆ 5 ਵੱਟੇ ਪਾ ਦਾਂਗੇ ਆਪਾਂ ਤੇ ਉਧਰ ਜਿੰਨੇ ਵੀ ਨਿੰਬੂ ਆ ਜਾਣਗੇ ਅਸੀਂ ਕੀ ਕਵਾਂਗੇ ਇਹ ਨਿੰਬੂ ਕਿੰਨੇ ਆ ਤੇ ਇਹ 5 ਕਿਲੋ ਰਿਲੇਟਿਵ ਟੂ ਵੱਟਿਆਂ ਦਾ ਮਾਸ ਆ ਨਾ। ਇਹਦਾ ਮਤਲਬ ਇਹ ਨਿੰਬੂਆਂ ਦਾ ਐਕਚੁਅਲ ਮਾਸ ਨਹੀਂ ਆ, ਇਹ ਨਿੰਬੂਆਂ ਦਾ ਰਿਲੇਟਿਵ ਮਾਸ ਆ ਵਿਦ ਰਿਸਪੈਕਟ ਟੂ ਵੱਟਿਆਂ ਦਾ ਮਾਸ। ਇਦਾਂ ਹੀ ਸਟੂਡੈਂਟਸ ਜਿੰਨੇ ਵੀ ਐਲੀਮੈਂਟਸ ਨੇ ਉਹ ਸਾਰੇ ਐਲੀਮੈਂਟਸ ਦਾ ਜਿਹੜਾ ਐਟੋਮਿਕ ਮਾਸ ਆ, ਐਟੋਮਿਕ ਮਾਸ ਦਾ ਕੀ ਮਤਲਬ, ਐਟੋਮਿਕ ਮਾਸ ਮਤਲਬ ਉਸ ਐਲੀਮੈਂਟ ਦੇ ਇੱਕ ਜਿਹੜਾ ਐਟਮ ਆ ਉਹਦਾ ਮਾਸ ਕਿੱਦਾਂ ਕਰਾਂਗੇ ਅਸੀਂ ਕੀ ਕਰਾਂਗੇ ਉਸ ਐਲੀਮੈਂਟ ਦਾ ਜੇ ਐਟੋਮਿਕ ਮਾਸ ਜੇ ਕੱਢਣਾ ਵਾ ਅਸੀਂ ਐਕਚੁਅਲ ਐਟੋਮਿਕ ਮਾਸ ਦੀ ਬਜਾਏ ਅਸੀਂ ਕੀ ਲਵਾਂਗੇ ਰਿਲੇਟਿਵ ਐਟੋਮਿਕ ਮਾਸ। ਤੇ ਰਿਲੇਟਿਵ ਐਟੋਮਿਕ ਮਾਸ ਅਸੀਂ ਕਿਸ ਤਰ੍ਹਾਂ ਕੱਢਾਂਗੇ, ਅਸੀਂ ਉਹਦੇ ਜਿਹੜਾ ਮਾਸ ਹੈ ਉਸ ਮਾਸ ਨੂੰ 1/12 ਆਫ C12 ਐਟਮ ਦੇ ਮਾਸ ਦੇ ਨਾਲ ਰਿਲੇਟ ਕਰਾਂਗੇ। ਰਿਲੇਟਿਵ
ਜਿਹੜਾ ਵੀ ਕਿਸੇ ਐਲੀਮੈਂਟ ਦੇ ਐਟਮ ਦਾ ਮਾਸ ਲੈਣਾ ਵਾ ਉਹ ਅਸੀਂ ਲੈਨੇ ਆ ਰਿਲੇਟਿਵ ਟੂ 1/12 ਆਫ C12 ਐਟਮ। ਜਿਵੇਂ ਕਿ ਅਸੀਂ ਸਬਜ਼ੀਆਂ ਭਾਜੀਆਂ ਸਭ ਕੁਝ ਇੱਕ ਵੱਟੇ ਦੇ ਰਿਲੇਟਿਵ ਦੇ ਨਾਲ ਮਾਸ ਕਰਦੇ ਆ। ਹਾਂਜੀ 1 ਕਿਲੋ 1.5 ਕਿਲੋ 2 ਕਿਲੋ ਇਦਾਂ ਹੀ ਅਸੀਂ ਜੇ ਐਟਮ ਦਾ ਮਾਸ in relative to 1/12 of C12 ਐਟਮ ਲਈਏ ਉਹਨੂੰ ਕਹਿੰਦੇ ਆ ਉਸ ਐਟਮ ਦਾ ਐਟੋਮਿਕ ਮਾਸ। ਪਹਿਲਾਂ ਅਸੀਂ ਇਹਨੂੰ AMU ਦੇ ਨਾਲ ਰਿਪਰੈਜ਼ੈਂਟ ਕਰਦੇ ਸੀ ਬਟ ਹੁਣ ਸਿਰਫ ਆਪਾਂ ਇਹਨੂੰ U ਦੇ ਨਾਲ ਸਮਝ ਗਏ। ਹੁਣ ਅਸੀਂ ਇਹਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ ਜੀ? ਹੁਣ ਅਸੀਂ ਇਹਨੂੰ U ਦੇ ਨਾਲ, ਬੋਲੋ ਸਟੂਡੈਂਟਸ। ਯੈਸ, ਸੋ ਸਟੂਡੈਂਟਸ ਇਸ ਤਰੀਕੇ ਦੇ ਨਾਲ ਅਸੀਂ ਬਹੁਤ ਸਾਰੇ ਐਲੀਮੈਂਟਸ ਦਾ ਰਿਲੇਟਿਵ ਐਟੋਮਿਕ ਮਾਸ ਦੀ ਗੱਲ ਕਰਦੇ ਹਾਂ। ਹਾਈਡਰੋਜਨ, ਠੀਕ ਹੈ। ਹੁਣ ਹਾਈਡਰੋਜਨ ਦਾ ਰਿਲੇਟਿਵ ਐਟੋਮਿਕ ਮਾਸ ਕਿੰਨਾ ਵਾ? ਐਟੋਮਿਕ ਮਾਸ ਦੀ ਗੱਲ ਕਰ ਰਹੇ ਹਾਂ। ਐਕਚੁਅਲੀ ਲਿਖਿਆ ਤੇ ਮੈਂ ਐਟੋਮਿਕ ਮਾਸ ਹੈ ਬਟ ਸਮਝਾਂਗਾ ਮੈਂ ਇਹਨੂੰ ਰਿਲੇਟਿਵ ਐਟੋਮਿਕ ਮਾਸ, ਹੈ ਨਾ। ਇਹ ਹੈਗਾ ਵਾ 1, ਠੀਕ ਹੈ ਜੀ। ਸੋ ਜੇ ਮੈਂ ਕਾਰਬਨ ਦੀ ਗੱਲ ਕਰਾਂਗੇ, ਕਾਰਬਨ ਦਾ ਰਿਲੇਟਿਵ ਐਟੋਮਿਕ ਮਾਸ ਕਿੰਨਾ ਆਏਗਾ? ਕੈਨ ਐਨੀਵਨ ਟੈਲ? ਕਾਰਬਨ ਦੇ ਵਿੱਚ ਟੋਟਲ ਨਿਊਕਲੀਅਸ 12 ਬਿਲਕੁਲ 12 ਆਏਗਾ ਕਿਉਂਕਿ ਟੋਟਲ ਨਿਊਕਲੀਅਨਸ ਕਿੰਨੇ ਨੇ? 12। ਤੇ ਅਸੀਂ ਕੀ ਕਿਹਾ ਕਿ ਆਪਾਂ 1/12 ਆਫ C12 ਐਟਮ ਦੇ ਨਾਲ ਰਿਲੇਟ ਕਰੀਏ ਤੇ 1/12 ਮਾਸ ਦੇ ਹਿਸਾਬ ਨਾਲ ਕਾਰਬਨ ਦਾ ਮਾਸ ਕਿੰਨੇ ਗੁਣਾ ਜ਼ਿਆਦਾ ਵਾ? 12 ਗੁਣਾ ਜ਼ਿਆਦਾ, ਹੈ ਨਾ। ਨਹੀਂ ਸਮਝੇ ਗੱਲ? ਕਿ ਸਮਝੇ? ਕਾਰਬਨ ਦਾ ਟੋਟਲ ਕਾਰਬਨ ਚ ਨਿਊਕਲੀਅਨਸ ਕਿੰਨੇ ਨੇ? 12 ਨਿਊਕਲੀਅਨਸ। ਤੇ ਕਾਰਬਨ ਦਾ ਜਿਹੜਾ ਕੀ ਕਹਿੰਦੇ ਆ ਅਸੀਂ ਮਾਸ ਆ ਉਹ ਕਾਰਬਨ ਦੇ ਹੀ 1/12 ਆਫ C12 ਐਟਮ ਦੇ ਨਾਲ ਜੇ ਡਿਵਾਈਡ ਕਰੀਏ ਜਾਂ ਰਿਲੇਟ ਕਰੀਏ ਤੇ ਕਿੰਨਾ? 12 ਆ ਜਾਏਗਾ, ਠੀਕ ਹੈ। ਸੋ ਇਦਾਂ ਹੀ ਸਟੂਡੈਂਟ ਜਿਹੜਾ ਆਕਸੀਜਨ, ਆਕਸੀਜਨ ਦਾ ਅਸੀਂ ਕਿਸ ਤਰ੍ਹਾਂ ਲਵਾਂਗੇ? ਬੋਲੋ ਜੀ। ਆਕਸੀਜਨ ਦਾ ਆ ਜਾਏਗਾ 16, ਠੀਕ ਹੈ ਜੀ। ਸੋਡੀਅਮ Na ਦਾ ਕੀ ਹੋਏਗਾ? ਬੋਲੋ ਜੀ 23। ਇਦਾਂ ਹੀ ਕਲੋਰੀਨ ਇਹ ਆਏਗਾ 35.5, ਠੀਕ ਹੈ। ਇਹ ਵੀ ਆਈਸੋਟੋਪਸ ਦੇ ਕਾਰਨ ਐਵਰੇਜ ਮਾਸ ਲੈਣੇ ਆਪਾਂ। 70% ਕਲੋਰੀਨ ਦੇ ਐਟਮਸ ਦਾ ਹੋਰ ਮਾਸ ਹੈ, 30% ਕਲੋਰੀਨ ਦੇ ਐਟਮਸ ਦਾ ਹੋਰ ਮਾਸ ਹੈ। ਉਹ ਪਰਸੈਂਟੇਜ ਦੇ ਹਿਸਾਬ ਨਾਲ ਆਪਾਂ ਐਵਰੇਜ ਲਵਾਂਗੇ ਤੇ 35.5 ਆ ਜਾਏਗਾ, ਠੀਕ ਹੈ ਜੀ। ਤੇ ਜਿਹੜਾ ਕੈਲਸ਼ੀਅਮ ਹੈ ਇਹਦਾ ਹੈਗਾ ਜੀ 40। ਇਹਦਾ ਮਤਲਬ ਇਹ ਹੋਇਆ ਜੇ ਆਪਾਂ ਕਹੀਏ ਕਿ ਕੈਲਸ਼ੀਅਮ ਦਾ ਜਿਹੜਾ ਐਟੋਮਿਕ ਮਾਸ 40 U ਹੈ, ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਕੈਲਸ਼ੀਅਮ ਦੇ ਇੱਕ ਐਟਮ ਦਾ ਮਾਸ 1/12 ਆਫ C12 ਐਟਮ ਤੋਂ ਕਿੰਨੇ ਗੁਣਾ ਜ਼ਿਆਦਾ ਹੈ? 40 ਟਾਈਮਸ। ਜੇ ਆਪਾਂ ਕਹੀਏ ਕਿ ਆਕਸੀਜਨ ਦਾ ਐਟੋਮਿਕ ਮਾਸ 16 U ਹੈ, ਇਹਦਾ ਕੀ ਮਤਲਬ ਹੋਇਆ ਕਿ ਆਕਸੀਜਨ ਦਾ ਜਿਹੜਾ ਇੱਕ ਐਟਮ ਆ ਉਹਦਾ ਮਾਸ 1/12 ਆਫ C12 ਐਟਮ ਤੋਂ ਕਿੰਨੇ ਗੁਣਾ ਜ਼ਿਆਦਾ ਹੈ? ਬਿਲਕੁਲ ਠੀਕ, 16 ਟਾਈਮ। ਬਿਲਕੁਲ ਵੈਸੇ ਹੀ ਜਿਸ ਤਰ੍ਹਾਂ ਕਾਰਬਨ ਦੇ ਇੱਕ ਐਟਮ ਦਾ ਮਾਸ, ਕਾਰਬਨ ਦੇ ਇੱਕ ਐਟਮ ਦਾ ਮਾਸ 12 ਟਾਈਮਸ ਆ ਕਿਹਦੇ ਨਾਲ? ਸਟੈਂਡਰਡ ਕੀ ਆ? 1/12 ਆਫ C12 ਐਟਮ। ਹੁਣ 1/12 ਆਫ C12 ਐਟਮ ਦਾ ਜਿਹੜਾ ਮਾਸ ਆ ਉਹ ਅਸੀਂ 1 U ਲੈ ਲਿਆ ਤੇ ਜਦੋਂ 12 ਨਾਲ ਇਹਨੂੰ ਮਲਟੀਪਲਾਈ ਕੀਤਾ ਤੇ ਕਿੰਨਾ ਆ ਗਿਆ? 12 U। ਸਟੂਡੈਂਟਸ ਤੁਸੀਂ ਸਮਝ ਗਏ ਮੇਰੀ ਗੱਲ? ਇਸ ਤਰੀਕੇ ਨਾਲ ਐਟੋਮਿਕ ਮਾਸ ਅਸੀਂ ਲੈਣੇ ਆ। ਆਲ ਰਾਈਟ, ਆਈ ਵਿਸ਼ ਯੂ ਆਲ ਦ ਬੈਸਟ। ਇਹਨੂੰ ਦੁਬਾਰਾ ਦੇਖੋ, ਕੱਲ ਅਸੀਂ ਮੋਲੀਕੂਲਰ ਮਾਸ ਦੀ ਗੱਲ ਕਰਾਂਗੇ। ਥੈਂਕ ਯੂ।